ਸਾਡਾ ਇਹ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਦਾ ਸਾਡੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਐਗਰੋ ਪ੍ਰੋਸੈਸਿੰਗ, ਨੌਜਵਾਨਾਂ ਲਈ ਸਵੈ ਰੋਜ਼ਗਾਰ ਦਾ ਜ਼ਰੀਆ। ਇਸ ਸੰਬੰਧੀ ਸਾਡੇ ਨਾਲ ਜਾਣਕਾਰੀ ਦੇਣ ਲਈ ਜੁੜੇ ਨੇ ਡਾਕਟਰ ਰਾਕੇਸ਼ ਕੁਮਾਰ, ਜੋ ਕਿ ਪ੍ਰੋਫੈਸਰ ਆਫ ਐਗਰੀਕਲਚਰਲ ਇੰਜੀਨੀਅਰਿੰਗ KVK ਫਰੀਦਕੋਟ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ। ਧੰਨਵਾਦ ਮੈਡਮ। ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਐਗਰੋ ਪ੍ਰੋਸੈਸਿੰਗ ਹੈ ਕੀ ਤੇ ਇਸ ਦੀ ਸਾਨੂੰ ਕੀ ਜ਼ਰੂਰਤ ਹੈ। ਐਗਰੋ ਪ੍ਰੋਸੈਸਿੰਗ ਇੱਕ ਜ਼ਰੀਆ ਹੈ ਜਿਹਦੇ ਨਾਲ ਆਪਾਂ ਜਿਹੜੀ ਆਪਣੀ ਫਸਲ ਆ ਉਸ ਨੂੰ ਐਸ ਸੱਚ ਮੰਡੀ 'ਚ, ਜਿਵੇਂ ਆਪਾਂ ਕਣਕ ਝੋਨਾ ਜੋ ਵੀ ਆਪਣੇ ਖੇਤ ਵਿੱਚ ਉਗਾ ਰਹੇ ਨੇ, ਉਸ ਨੂੰ ਐਸ ਸੱਚ ਉसी ਫਾਰਮ ਮੇ ਨਹੀਂ ਲੈ ਕੇ ਜਾਣਾ। ਉਹਦੀ ਕਿਉਂਕਿ ਅੱਜ ਆਪਾਂ ਦੇਖੀਏ ਤਾਂ ਕਿਹੜੀ ਚੀਜ਼ ਖਾ ਰਹੇ ਆਪਾਂ, ਕਣਕ ਨਹੀਂ ਖਾ ਰਹੇ, ਝੋਨਾ ਨਹੀਂ ਖਾ ਰਹੇ, ਆਪਾਂ ਚੌਲ ਖਾ ਰਹੇ ਹਾਂ, ਆਟਾ ਮੈਦਾ ਦਲੀਆ ਖਾ ਰਹੇ ਹਾਂ। ਉਸ ਨੂੰ ਆਪਣੀ ਫਾਰਮ ਬਦਲ ਦੇਣੀ, ਉਸ ਨੂੰ ਜਿਸ ਚੀਜ਼ ਨੂੰ ਮਤਲਬ ਆਪਣੇ ਕਣਕ ਨੂੰ ਆਟਾ ਮੈਦਾ ਦਲੀਆ ਬਦਲ ਕੇ ਉਸ ਨੂੰ ਮੰਡੀਕਰਨ ਕਰਨਾ ਜਾਂ ਉਸ ਨੂੰ ਵੇਚਣਾ, ਉਸ ਚੀਜ਼ ਲਈ ਤਿਆਰ ਕਰਨਾ, ਉਸ ਨੂੰ ਆਪਾਂ ਪ੍ਰੋਸੈਸਿੰਗ ਕਹਿੰਦੇ ਨੇ। ਤੇ ਉਹੀ ਚੀਜ਼ ਅੱਜ की डेट में ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਕਿਉਂਕਿ ਜੇ ਆਪਾਂ ਗੱਲ ਕਰੀਏ ਕਿ ਕਿਸਾਨ ਦੀ ਆਮਦਨ ਜੇ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਆਪਣੇ ਸਟੇਟ ਨੂੰ ਲੈ ਕੇ ਚੱਲਦੇ ਹਾਂ ਤੇ ਕਿਤਨੀ ਆਪਾਂ ਝੋਨਾ ਜਾਂ ਕਣਕ ਜਿਹੜੀ ਵੀ ਪੈਦਾਵਾਰ ਹੋ ਰਹੀ ਹੈ, ਇਸ ਤੋਂ ਜ਼ਿਆਦਾ ਆਪਾਂ ਪੈਦਾਵਾਰ ਨਹੀਂ ਲੈ ਸਕਦੇ। ਤਾਂ ਫਿਰ ਗੱਲ ਚੱਲਦੀ ਕਿ ਵੀ ਕਿਸਾਨ ਮੇਰਾ ਦੀ ਜਿਹੜੀ ਅੱਜ ਕੱਲ੍ਹ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਕਿਸ ਤਰੀਕੇ ਨਾਲ ਆਮਦਨ ਆਪਾਂ ਵਧਾ ਸਕਦੇ ਹਾਂ। ਤਾਂ ਇਹ ਐਗਰੋ ਪ੍ਰੋਸੈਸਿੰਗ ਇੱਕ ਐਸਾ ਜ਼ਰੀਆ ਹੈ ਜਿਹਦੇ ਨਾਲ ਆਪਾਂ ਕਿਸਾਨ ਦੀ ਆਮਦਨ ਵਧਾ ਸਕਦੇ ਹਾਂ। ਉਦਾਹਰਨ ਦੇ ਤੌਰ 'ਤੇ ਜੇ ਆਪਾਂ ਕਣਕ ਦੇਖੀਏ, ਜੇ ਮੰਡੀ ਦੇ ਵਿੱਚ ਕਿਸਾਨ ਵੀਰ ਜਿਹੜਾ 6 ਮਹੀਨੇ ਫਸਲ ਪੈਦਾ ਕਰਕੇ ਲੈ ਕੇ ਜਾਂਦੇ, ਉਦੋਂ ਉਹਨਾਂ ਨੂੰ 2000 ਜਾਂ 2100 ਰੁਪਏ ਕੁਇੰਟਲ ਦੇ ਹਿਸਾਬ ਨਾਲ ਰੇਟ ਹੁੰਦਾ। ਪਰ ਇਹੀ ਜੇ ਉਸ ਨੂੰ ਆਟਾ ਮੈਦਾ ਦਲੀਆ ਬੁਲਾ ਲੈਂਦੇ ਆ ਤਾਂ ਉਹਨਾਂ ਦਾ ਦੁੱਗਣਾ ਜਾਂ ਤਿੱਗਣਾ ਭਾਅ ਹੋ ਜਾਂਦਾ। ਤਾਂ ਅੱਜ ਕੇ ਸਮੇਂ ਨੂੰ ਦੇਖਦੇ ਹੋਏ ਕਿਸਾਨ ਦੀ ਜਿਹੜੀ ਹੈ ਉਸੀ ਜ਼ਮੀਨ ਦੇ ਵਿੱਚ ਉਹ ਵੱਧ ਪੈਸਾ ਲੈ ਸਕੇ, ਵੱਧ ਫਾਇਦਾ ਉਠਾ ਸਕੇ। ਇਹਨਾਂ ਚੀਜ਼ਾਂ ਨੂੰ ਕਰਕੇ ਹੀ ਮਤਲਬ ਐਗਰੋ ਪ੍ਰੋਸੈਸਿੰਗ ਦਾ ਹੀ ਇੱਕ ਮਾਤਰ ਜ਼ਰੀਆ ਹੈ ਜਿਹਦੇ ਨਾਲ ਕਿਸਾਨ ਦੀ ਆਮਦਨ 'ਚ ਵਾਧਾ ਹੋ ਸਕਦਾ। ਡਾਕਟਰ ਸਾਹਿਬ, ਇਸ ਵਿੱਚ ਤੁਸੀਂ ਗੱਲ ਕੀਤੀ ਐਗਰੋ ਪ੍ਰੋਸੈਸਿੰਗ ਯੂਨਿਟ ਦੀ, ਤਾਂ ਇਹ ਸਾਡੇ ਕਿਸਾਨ ਵੀਰ ਇਹ ਯੂਨਿਟ ਦੀ ਸਥਾਪਨਾ ਕਿੱਦਾਂ ਕਰ ਸਕਦੇ ਨੇ? ਦੇਖੋ, ਐਗਰੋ ਪ੍ਰੋਸੈਸਿੰਗ ਕਿਸਾਨ ਵੀਰਾਂ ਨੂੰ ਕਰਨੇ ਕੇ ਲਈ ਕੋਈ ਐਸੀ ਥਾਂ ਦੀ ਚੋਣ ਕਰਨੀ ਪਊਗੀ ਜਾਂ ਕੁਝ ਐਸੀ ਜਗ੍ਹਾ ਬਣਾਉਣੀ ਪਊਗੀ ਜਿੱਥੇ ਕਿ ਉਹ ਆਪਣੀ ਪ੍ਰੋਸੈਸਿੰਗ ਕਰ ਸਕੇ। ਇਹ ਨਹੀਂ ਕਿ ਇਕੱਲਾ ਆਪਣੇ ਖੇਤ ਦੇ ਵਿੱਚ ਹੀ ਨਹੀਂ ਕਰਨਾ, ਕਿਉਂਕਿ ਖੇਤ ਦੇ ਵਿੱਚ ਪ੍ਰੋਸੈਸਿੰਗ ਨਹੀਂ ਹੋਣੀ। ਖੇਤ ਦੇ ਵਿੱਚ ਤਾਂ ਉਸਨੇ ਤੁੜਾਈ ਕਰ ਲਈ, ਠੀਕ ਹੈ ਜੀ, ਉਸ ਤੋਂ ਬਾਅਦ ਉਸ ਨੂੰ ਫਸਲ ਨੂੰ ਪ੍ਰੋਸੈਸ ਕਰਨ ਲਈ ਇਹੋ ਜਿਹੀ ਜਗ੍ਹਾ ਰੱਖਣੀ ਪੈਣੀ ਹੈ, ਇਹੋ ਜਿਹੀ ਥਾਂ ਬਣਾਉਣੀ ਪੈਣੀ ਹੈ कि जिथे उसकी बिजली ट्रांसपोर्ट वगैरह की फैसिलिटी हो, जहाँ पे वो अपनी जे कोई फसल बना रहा है, आटा दलिया उसने मैदा बनाया कणक दाई, तो वो उथे उसके लिए जगह की अवेलेबिलिटी होनी चाहिए है। उसके आसपास मार्केट की अवेलेबिलिटी होनी चाहिए कि जहाँ वो अपनी चीज़ बना रहा है, क्योंकि दाना तो मंडी च बेच देंदा, पर जो प्रोडक्ट तैयार किया वो उसनों मंडी च ले जाना पैना, मार्केट च ले जाना पैना। और तीसरी कि ਉਹਦੇ ਵਿੱਚ ਉਸ ਨੂੰ ਦੇਖਣਾ ਪੈਣਾ ਹੈ ਕਿ ਮੈਂ ਪ੍ਰੋਸੈਸਿੰਗ ਕਰ ਰਿਹਾ ਹਾਂ ਤਾਂ ਮੈਨੂੰ ਉਹ ਚੀਜ਼ ਲੈਣੀ ਹੈ ਕਿ ਜਿਹੜੀ ਉੱਥੇ ਲੋਕਲੀ ਅਵੇਲੇਬਲ ਹੈ, ਮੈਨੂੰ ਸਹੀ ਟਾਈਮ 'ਤੇ ਉਹ ਚੀਜ਼ ਮਿਲ ਜਾਏ, ਸਸਤੇ ਰੇਟ 'ਤੇ ਮਿਲ ਜਾਏ, ਔਰ ਮੈਨੂੰ ਉਸ ਪਰ ਖਰਚਾ ਨਾ ਹੈ। ਕਿਉਂਕਿ ਆਪਾਂ ਜਿਹੜਾ ਕੰਪੀਟ ਕਰਨਾ ਹੈ, ਜਿਹੜੀ ਬਾਹਰਲੇ ਵੱਡੀ ਪਲੇਅਰ ਜਿਹੜੇ ਵੱਡੇ ਕੰਮ ਕਰ ਰਹੇ ਕੰਪਨੀਆਂ, ਉਹਨਾਂ ਦੇ ਨਾਲ ਕੰਪੀਟ ਕਰਨਾ। ਅਤੇ ਤੀਸਰਾ, ਇਸਕੇ ਅੰਦਰ ਜੇ ਮੈਂ ਕੋਈ ਕੋਮੋਡਿਟੀ ਚੂਜ਼ ਕਰਦਾ, ਕੋਈ ਵੀ ਜਿਵੇਂ ਤੇਲ ਕੱਢਣ ਵਾਲੀ ਮਸ਼ੀਨ ਲਗਾਉਣੀ ਹੈ, ਚੌਲ ਬਣਾਉਣ ਵਾਲੀ ਲਗਾਉਣੀ ਹੈ, ਜਾਂ ਆਟਾ ਪੀਸਣ ਵਾਲੀ ਮਸ਼ੀਨ ਲਗਾਉਣੀ ਹੈ, ਤਾਂ ਉਹ ਮਸ਼ੀਨਾਂ ਕਿਹੜੀਆਂ ਹੋਣੀਆਂ, ਕਿਸ ਤਰੀਕੇ ਦੀ, ਉਹ ਜਦੋਂ ਇਹਨਾਂ ਚੀਜ਼ਾਂ ਦਾ ਸਾਨੂੰ ਗਿਆਨ ਹੋਊਗਾ ਉਸ ਤੋਂ ਬਾਅਦ ਹੀ ਆਪਾਂ ਕੋਈ ਐਗਰੋ ਯੂਨਿਟ ਜਾਂ ਐਗਰੋ ਪ੍ਰੋਸੈਸਿੰਗ ਵੈਂਚਰ ਦੇ ਵਿੱਚ ਜਾ ਸਕਦੇ ਤਾਂ ਕਿ ਕਿਸਾਨ ਵੀਰ ਇਸ ਤੋਂ ਵੱਧ ਫਾਇਦਾ ਲੈ ਸਕਦੇ। ਇਹਨਾਂ ਚੀਜ਼ਾਂ ਦੀ ਜਾਣਕਾਰੀ ਲੈਣ ਵਾਸਤੇ ਹਰੇਕ ਜ਼ਿਲ੍ਹੇ ਦੇ ਵਿੱਚ ਉਹ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਕੇ ਮਾਹਰ ਨੂੰ ਮਿਲ ਸਕਦੇ ਆ। ਉਹ ਉਹਨਾਂ ਨੂੰ ਪੂਰੀ ਭਰਪੂਰ ਜਾਣਕਾਰੀ इसके बारे दे देंगे कि भाई इससे ये फ़ायदे ने, इदा लगता इदा चलता काम। पर कोई भी चीज़ या कोई भी नया इंडस्ट्री सैटअप करने वास्ते एग्रो प्रोसैसिंग यूनिट जिमें तुसीं गल की जे वो करना, ਉਹਦੇ ਲਈ ਸਾਨੂੰ ਪ੍ਰੈਕਟੀਕਲ ਟ੍ਰੇਨਿੰਗ ਲੈਣੀ ਜ਼ਰੂਰੀ ਹੈ। ਕਿਉਂਕਿ ਮਸ਼ੀਨਾਂ ਚਲਾਉਣੀ ਹੈ, ਮਸ਼ੀਨਾਂ ਦੇ ਵਿੱਚ ਨੁਕਸ ਵੀ ਪੈਂਦੇ ਆ, ਉਹ ਕਿਸ ਤਰੀਕੇ ਚੱਲਣੀ ਹੈ, ਕਿਤਨੀ ਮੋਇਸਚਰ ਹੋਣਾ ਚਾਹੀਦਾ, ਫਸਲਾਂ ਦਾ ਕਿੱਦਾਂ ਕੰਮ ਹੋਣਾ, ਤਾਂ ਉਹ ਸਾਰੀ ਚੀਜ਼ਾਂ ਦੇਖਣੀਆਂ। ਉਹਦੇ ਲਈ ਸਾਡੀ ਲੁਧਿਆਣਾ ਵਿਖੇ ਐਗਰੋ ਪ੍ਰੋਸੈਸਿੰਗ ਸੈਂਟਰ ਪ੍ਰੋਸੈਸਿੰਗ ਡਿਪਾਰਟਮੈਂਟ 'ਚ ਵੀ ਹੈ, एक इनक्यूबेशन सेंटर अपना फूड साइंस टैक्नोलॉजी डिपार्टमेंट च भी है, जिथे लोगों को ਵੱਖ-ਵੱਖ मशीनों की जिस भी तरीके की कम्यूनिटी वो करना चाहते वो उपर उन्होंने ट्रेनिंग दी जाती है बतौर। फिर उस तो बाद ट्रेनिंग लैन तो बाद वो अपनी एप्लीकेशन तैयार कर सकते हैं एक यूनिट बनाने ਲਈ। ਡਾਕਟਰ ਸਾਹਿਬ, ਇਹ ਜਿਹੜੀ ਤੁਸੀਂ ਐਗਰੋ ਪ੍ਰੋਸੈਸਿੰਗ ਯੂਨਿਟ ਦੀ ਗੱਲ ਕਰ ਰਹੇ ਹੋ, ਇਹਦੇ ਲਈ ਕਿੰਨੀ ਲਾਗਤ ਲੱਗਦੀ ਹੈ ਤੇ ਕਿੰਨੀ ਜਗ੍ਹਾ ਦੀ ਜ਼ਰੂਰਤ ਹੈ ਜੇ ਸਾਡੇ ਕਿਸਾਨ ਵੀਰਾਂ ਨੇ ਐਗਰੋ ਪ੍ਰੋਸੈਸਿੰਗ ਸ਼ੁਰੂ ਕਰਨੀ ਹੋਵੇ? ਐਗਰੋ ਪ੍ਰੋਸੈਸਿੰਗ ਯੂਨਿਟ जिस तरह नाम तो ही लग रहा है कि एग्रो प्रोसैसिंग यूनिट खेती के उपर निर्धारित एक यूनिट है जिहदे विच आपां अपनी जितनी जिहड़ी भी फसल है उसका प्रोसैसिंग करके उसका शेप बदल के उसी चीज़ बदल के उसनूं बनाना। तो ये लागत की, क्योंकि कोई चीज़ भी बनावेंगे उसका खर्चा आना, तो खर्चे आने की गल
ਜਿਹੜਾ ਯੂਨੀਵਰਸਿਟੀ ਨੇ ਆਪਣਾ ਇੱਕ ਛੋਟਾ ਜਿਹਾ ਮਾਡਲ ਕਿਸਾਨਾਂ ਦੇ ਲਈ ਤਿਆਰ ਕੀਤਾ ਹੈ ਕਿ ਜੇ ਉਹ ਇਹ ਛੋਟਾ ਮਾਡਲ ਤੇ, ਕਿਉਂਕਿ ਆਪਾਂ ਕੋਈ ਵੀ ਕੰਮ ਸ਼ੁਰੂ ਕਰਨਾ ਇੱਕ ਛੋਟੇ ਲੈਵਲ ਤੇ ਸ਼ੁਰੂ ਕਰਨਾ, ਇਹ ਨਹੀਂ ਕਿ ਇੱਕਦਮ ਵੱਡੇ ਦੇਖ ਕੇ ਕਿ ਵੀ ਇਤਨਾ ਫਾਇਦਾ ਹੁੰਦਾ ਤਾਂ ਆਪਾਂ ਵੱਡੇ ਲੈਵਲ, ਕਿਉਂਕਿ ਉਸ ਕੰਮ ਨੂੰ ਸ਼ੁਰੂਆਤ ਤੇ ਪਹਿਲੇ ਸਾਨੂੰ ਨਿਪੁੰਨਤਾ ਹਾਸਿਲ ਹੋਊਗੀ। ਜੇ ਆਪਾਂ ਛੋਟੇ ਲੈਵਲ ਤੇ ਸ਼ੁਰੂ ਕਰਕੇ ਦੇਖਾਂਗੇ ਵੀ ਆਪਾਂ ਇਸमें ਕਾਮਯਾਬ ਹੋ ਸਕਦੇ ਕਿ ਨਹੀਂ, ਤਾਂ ਫਿਰ ਆਪਾਂ ਉਹ ਕੰਮ ਕਰਨਾ। ਇਹਦੇ ਲਈ ਜੇ ਗੱਲ ਕਰਦੇ ਹਾਂ ਕਿ ਜਿਵੇਂ ਆਟਾ ਚੱਕੀ, ਚਾਵਲ ਵਾਲੀ ਮਸ਼ੀਨ, ਤੇਲ ਵਾਲੀ ਮਸ਼ੀਨ, ਗ੍ਰਾਈਂਡਰ ਵਗੈਰਾ ਜੇ ਆਪਾਂ ਲਗਾਉਂਦੇ ਹਾਂ ਤੇ ਲਗਭਗ 25 ਤੋਂ 30 ਲੱਖ ਰੁਪਏ ਦਾ ਖਰਚਾ ਆਉਂਦਾ ਇਹ ਯੂਨਿਟ ਬਣਾ ਕੇ ਕੰਸਟਰਕਸ਼ਨ ਜਗ੍ਹਾ, ਤੇ ਕੁਛ ਇੱਕ ਜਗ੍ਹਾ ਸਾਨੂੰ 300-400 ਗਜ ਜਗ੍ਹਾ ਸਾਨੂੰ ਖੁੱਲੀ ਚਾਹੀਦੀ, ਮਤਲਬ ਕਨਾਲ ਏਰੀਆ, ਤੇ ਜਿਹੜਾ ਸ਼ੈੱਡ ਔਰ ਮਸ਼ੀਨਾਂ ਦਾ ਖਰਚਾ ਮਿਲਾ ਕੇ ਲਗਭਗ 25 ਤੋਂ 30 ਲੱਖ ਰੁਪਏ ਹੈ। ਜੇ ਉਹ ਕਿਸਾਨ ਵੀਰ ਸਹੀ ਤਰੀਕੇ ਨਾਲ ਇਸ ਨੂੰ ਚਲਾਉਂਦੇ ਆ ਔਰ ਉਹਨਾਂ ਦਾ ਪ੍ਰੋਡਕਟ ਵੀ ਸਹੀ ਢੰਗ ਨਾਲ ਵਿਕਦਾ, ਮਾਰਕੀਟਿੰਗ ਹੁੰਦੀ ਹੈ, तो औसतन इसकी कमाई जी अज की डेट में देखी गई 75 तो 1 लाख रुपए प्रति मंथ इसनों किसान नूं इसका वादा मिलता अपनी उसी जीन्स तो। डॉक्टर साहब आमदन की तुसीं गल कीती है कि वधेरे वाधा हो सकता है किसान वीरां दी आमदन च, ते इसनूं जदों स्थापित करना है आपां किसी भी एग्रो प्रोसैसिंग सेंटर नूं या एग्रो प्रोसैसिंग यूनिट नूं, तां कि सरकार या किसी भी होर अदारे तो कोई माली मदद मिलती है किसान वीरां नूं? इहदे लई सानूं एक ट्रेनिंग लेनी जरूरी है। 5 रोज़ा कोर्स यूनिवर्सिटी विच लगदा है। जिहड़े भी चाहवान किसान वीर आ आके यूनिवर्सिटी दे विच अपना नाम दर्ज करा दें या अपने KVK ते लिखा दें, तो वो आपां फिर यूनिवर्सिटी नाल संपर्क करके जदों भी ग्रुप शुरू होगा तो उन्हां दा उत्थे उस तो बाद उन्होंने एक कि स्टेट लैवल दे कमेटी बनी हुई है, वो आके देखती है कि भी उस किसान वीर दे जो समर्था है कि नहीं, वो चला सकते कि नहीं सेंटर, तो वो कमेटी पूरा अप्रूव करती है। इस तो अलावा अप्रूव होने तो बाद प्राइम मिनिस्टर फॉर्मूलेशन ऑफ माइक्रो एंटरप्रेन्योर एक स्कीम सेंट्रल गौरमेंट दी है, जिहड़े कि इस तरह के कामयाब जड़े चलाने के लिए जड़े एग्रो प्रोसैसिंग बंदे करना चाहते, अपना मूल्यवर्धन करना चाहते अपनी फसलों का, उन्होंने माली सहायता 5 लाख तो लेके 25 लाख रुपए तक का लोन मुहैया कराती है। इस तो अलावा नाबार्ड जिहड़ा एग्रीकल्चर रूरल डेवलपमेंट बैंक है, उन्होंने नाल भी संपर्क करके किसान वीर अपना इस तरीके का स्वै रोज़गार एक चला सकते हैं और अपनी जिहड़ा कि छोटे छोटे काम करने लई इन्हों सहायता मिलती है, तो इस तो अपना वध मुनाफा भी कमा सकते हैं। डॉक्टर साहब एक साडे किसान वीरां नूं तुसीं दसो कि एग्रो प्रोसैसिंग दे की फायदे जिहड़े ने एक आमदन वधाउण तो इलावा भी कोई किहड़े फायदे ने जिहड़े वो लै सकदे ने? हुण तक आपां गल कीती भी ये एक वधिया सोर्स है आमद, मतलब इस चीज़ नूं फायदा है, पर इसका मेन फायदा की चीज़ ने कि क्यों आपां जे किसान वीर इस प्रोग्राम नूं देख रहे हैं तो आपां क्यों करिए, सानूं लोड़ क्यों? जे आपां अज देखिए किसानां दी जिहड़े नवीं पीढ़ी है वो खेती तो रुझान उन्हां दा हटदा जा रहा, वो पीछे भज रहे हैं, खेती नूं छड्ड रहे हैं, इस करके कि बई उन्हां दे वो कहते कि भी सानू भी जिहड़े दूसरी तरीके पढ़े लिखे हैं खेती नहीं करना चाहते, तो उन्होंने भी वाइट कॉलर जॉब चाहिए। जे वो नौकरी करने लई शहर च जाते उन्होंने छोटी 10-15 हज़ार रुपये की नौकरी मिलती है, उसमें खुश होंगे, पर उन्हों का काम गुजारा चल जाता है कि भी ठीक है घरों उन्होंने खाण पीना सारा चलता है, पर जे आपां अज देखिए 10-15 हज़ार च वो काम कर सकते नहीं, तो ये एक उन्होंने स्वै रोज़गार का साधन बहुत वधिया साधन बनता है। वो नाल ही नाल वो अपना पैसा कमाएंगे, नाल ही दूजे नूं नौकरी देने वाले बनणगे। दूसरा एक जिहड़ा पंजाब दे विच एक बहुत कई सालों तो चल रही है गल, हर एक फोरम ते होंदी है कि भी अपने फसली चक्कर या डाइवर्सिफिकेशन वल चलिए, आप कुछ और लगाइए, कुछ और करिए, क्योंकि कणक झोने तो बाहर निकलिए। तो ये एक जिहड़ा प्रोसैसिंग जे वेंचर च जे आजकल की नवी पीढ़ी आ जाएगी, वो नाल की होगा कि वो मान लिया उदाहरण के तौर पर चलते हैं कि भी एक हब बन गया कि आप तेल कढ़न वाला ही सिस्टम लगाना या तेल सरों का तेल कढ़ा के बेचना, तो वो है कि वो उस चीज़ उस इलाके में वो कणक झोने कणक के विचों कढ़ के सरों का एरिया ही पूरा बना देंगे, जिस घत लागत के उस चीज़ की प्रोडक्शन होगी, तो उन्होंने प्रॉफिट भी मिलेगा, तो जो डाइवर्सिफिकेशन वाला पॉइंट है वो भी कवर होगा। तीसरा कि अपने जिहड़ा उन्होंने जिहड़ा प्रोडक्ट मिलेगा, कच्चा माल मिलेगा, वो उन्होंने सस्ते रेट पर फार्म गेट प्रोसैसिंग जिसनों आपां कहंदे कि फार्म के उपर ही यूनिट बना हुआ, उत्थे ही पैदावार हो रही, उत्थे ही प्रोसैस हो रहा है और उत्थे उन्होंने सस्ते रेट पर उस चीज़ का ज़्यादा प्रॉफिट मिलेगा। और अपने प्रोडक्ट नूं जे आपां गल करते हैं भी जे सरों उन्होंने प्रोसैस नहीं की, सरों कितनी देर दूर ले जा सकते हैं, 25-30 किलोमीटर, पर जे आपां उसनूं तेल दे विच कन्वर्ट करता, तेल दे कनस्तर टीन विच पैकिंग करके प्रॉपरली ग्रेड करके फिल्टर करके जे उसनूं लंबे डिस्टेंस तक भी मार्केटिंग कर सकते हैं। तो सब तो लास्ट में फ़ायदा की होना है कि उन्होंने सोशल इकनॉमिक जो उन्होंने उसी प्रोडक्ट के ज़्यादा मुल ज़्यादा पैसे अर्न होंगे, उन्होंने सोशल इकनॉमिक लाइफ च वाधा होगा, अपनी क्वालिटी की चीज़ सस्ते रेट पर अपने कंज्यूमर को प्रोवाइड करके तो किसान वीर अपना फ़ायदा भी
ਇਸ ਦੇ ਨਾਲ ਮਤਲਬ ਕਿਸਾਨ ਵੀਰਾਂ ਨੂੰ ਵੀ ਜਿਹੜੀ ਜੀਨਸ ਦਾ ਪ੍ਰੋਡਕਟ ਦਾ ਫਾਇਦਾ ਜ਼ਿਆਦਾ ਮਿਲੂਗਾ ਤੇ ਕੰਜ਼ਿਊਮਰ ਵੀ ਉਹ ਸਸਤੇ ਰੇਟ ਤੇ ਮਿਲੂਗੀ। ਡਾਕਟਰ ਸਾਹਿਬ, ਇੱਕ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸਿਆ ਕਿ ਇੱਕ ਐਗਰੋ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ 25 ਤੋਂ 30 ਲੱਖ ਦੀ ਜਿਹੜੀ ਲਾਗਤ ਹੈ ਉਹ ਲੋੜੀਂਦੀ ਹੁੰਦੀ ਹੈ, ਤੇ ਜੇ ਸ਼ੁਰੂਆਤੀ ਤੌਰ ਤੇ ਕਿਸੇ ਨੇ ਐਗਰੋ ਪ੍ਰੋਸੈਸਿੰਗ ਯੂਨਿਟ ਲਾਣੀ ਹੋਵੇ ਤਾਂ ਉਹਦੇ ਲਈ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਹੋਰ ਜ਼ਰੂਰਤ ਹੈ? ਆਪਾਂ ਜੇ ਗੱਲ ਕਰੀਏ, ਇਹ ਇੱਕ ਤੁਹਾਡੀ ਛੋਟੀ ਸੀ ਇੰਡਸਟਰੀ ਬਣਨੀ ਹੈ। ਇੱਦਾਂ ਨਹੀਂ ਕਿ ਬਸ ਐਗਰੋ ਪ੍ਰੋਸੈਸਿੰਗ ਯੂਨਿਟ ਨਹੀਂ, ਇੱਕ ਛੋਟੀ ਸੀ ਇੰਡਸਟਰੀ ਹੈ। ਇਸ ਨੂੰ ਚਲਾਉਣ ਲਈ ਜਿਹੜਾ ਖਰਚਾ ਦੱਸਿਆ 25 ਤੋਂ 30 ਲੱਖ ਰੁਪਏ ਦਾ ਆਉਂਦਾ। ਇਹ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਵੀ ਦੱਸਿਆ ਜਾਊਗਾ, ਸਭ ਕੁਝ ਹੁੰਦਾ। ਲੇਕਿਨ ਜੇ ਕੋਈ ਕਿਸਾਨ ਵੀਰ ਇਸ ਨੂੰ ਸ਼ੁਰੂਆਤੀ ਤੌਰ ਤੇ ਚਲਾਉਣਾ ਚਾਹੁੰਦਾ, ਸਿੱਖ ਲਿਆ ਸਭ ਕੁਝ, ਪਰ ਉਹਦੇ ਕੋਲੇ ਪੈਸੇ ਨਹੀਂ, ਕਿੱਦਾਂ ਕਰਨਾ? ਇੰਡਸਟਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇੱਕ ਤੁਹਾਨੂੰ यूनिट या इंडस्ट्री कोई ऐसी मिल जाएगी जिसको कल्ला एक ही बंदा चला रहा, उसके कई ओनर होंगे हैं। तो ये ਤੁਹਾਨੂੰ सब तो पहला किसान ਵੀਰੋਂ ਜਿਹੜੇ ਵੀ ਹੈ ਆਪਣੇ ਜਿਹੜੀ ਇੱਕ ਸੋਚ ਰੱਖਦੇ ਹੋਣ, ਜਿਹੜੇ ਕਿ ਆਪਣੀ ਫਸਲ ਤੋਂ ਜਾਂ ਪ੍ਰੋਸੈਸਿੰਗ ਕਰਕੇ ਆਪਣੀ ਜਿਹੜੀ ਚੀਜ਼ ਦਾ ਆਪਣਾ ਵੱਧ ਮੁਨਾਫਾ ਲੈਣਾ ਚਾਹੁੰਦੇ ਹੋਣ, ਉਹਨਾਂ ਨੂੰ ਇਕਜੁੱਟ ਹੋ ਕੇ ਇੱਕ ਛੋਟਾ ਜਿਹਾ ਆਪਣਾ ਇੱਕ ਗਰੁੱਪ ਬਣਾਉਣ ਤੋਂ ਬਾਅਦ ਉਹ ਦੇਖਣਗੇ ਵੀ ਸਾਡੇ ਕੋਲੇ 25-30 ਲੱਖ ਰੁਪਏ ਦਾ ਜਿਹੜਾ ਖਰਚਾ ਹੈ ਉਹ ਇੱਕ ਕਿਸਾਨ ਵੀਰ ਦੇ ਲਈ ਮੁਸ਼ਕਿਲ ਹੈ ਇਕੱਠਾ ਕਰਨਾ ਜਾਂ ਉਸ ਨੂੰ ਅਰੇਂਜ ਕਰਨਾ, ਕਿਉਂਕਿ ਇੱਕ ਨਏ वेंचर नई चीज़ ਦੇ ਵਿੱਚ ਆਪਾਂ एंटर कराएंगे तो वो जी वो ना चली किसी कारण तो वो उसका नुकसान उस पर ना आए, तो वो उस चीज़ के बोझ थले ही दबा ना रह जाए। तो उसके लिए है कि एक छोटा सा ग्रुप बनाया जाए ਜਿਹੜੇ ਤੁਹਾਡੇ सोच रखने वाले कि अजकल की नवी पीढ़ी ਜਿਹੜੀ ਹੈਗੀ ਉਹ जुड़ सकती है, तो 5-5 ਲੱਖ रुपए ਜੇ 5-6 ਬੰਦੇ ਮਿਲ ਕੇ ਕਰਨ तो वो एक ਤੁਹਾਡੇ ਲਈ ਜਿਹੜਾ ਜਿਤਨੀ ਲੋੜੀਂਦੀ ਰਕਮ ਹੈ ਉਹ ਤੁਸੀਂ एकत्रित ਕਰ ਸਕਦੇ ਹੋ। ਇਸ ਤੋਂ ਬਾਅਦ ਜਿਹੜਾ ਮੈਂ ਗੱਲ ਕੀਤੀ ਸੀਗੀ ਕਿ ਬਈ ਆਪਾਂ 250 ਸਕੁਆਇਰ ਯਾਰਡ ਦੇ ਵਿੱਚ ਇਹਦਾ ਇੱਕ स्ट्रक्चर बनाना, खाका बनाना। खाका 15 फुट तो 16 फुट उच्चा होगा, टिन शैड का बनूगा। उसके बाद उसका थले जो बेस है, क्योंकि मशीना हैवी मशीना लगनी है, हैवी मशीना वास्ते तो बेस बनाने पैणगे। हर एक मशीन के लिए अलग अलग थोड़ी थां ते बेस बनेगा। फिर जो आप साइट लोकेशन की गल की कि बई लोकेशन किहो जी होनी चाहिए जिथे तुहाडी सड़क नेड़े होवे, क्योंकि माल तुसी कच्चा माल लेके भी आना है तो दूसरा माल बेचना भी है। इस तो बाद ਇਹਨਾਂ ਨੂੰ ਸਾਰੀ ਮਸ਼ੀਨਾਂ ਨੂੰ ਚਲਾਉਣ ਵਾਸਤੇ ਕੀ ਲੋੜ ਹੈ? ਜੇ ਆਪਾਂ ਕਹੀਏ ਤਾਂ ਇਹ ਤਾਂ ਹੈ ਨਹੀਂ ਕਿ ਆਪਾਂ ਹੱਥ ਨਾਲ ਚਲਾਣੇ ਆ, ਬਿਜਲੀ ਦੀ ਲੋੜ ਪਊਗੀ। ਕੀ ਉੱਥੇ ਉਹ ਸਪਲਾਈ ਹੈਗੀ ਹੈ? ਉਸ ਦੇ ਲਈ ਕੀ ਸਾਨੂੰ ਉਹ ਸਹਾਇਤਾ ਮਿਲ ਰਹੀ ਹੈ ਜਾਂ ਕहीं से, ਜਾਂ ਆਪਾਂ ਨੂੰ ਉਹ ਅਰੇਂਜ ਕਰਨੀ ਉਹ ਵੀ ਦੇਖਣਾ ਪੈਣਾ। ਉਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ। ਤੇ ਜਦੋਂ ਮਸ਼ੀਨਾਂ ਲੈਣੀ ਹੈ, ਮਸ਼ੀਨਾਂ ਕਿੰਨੀ ਕੈਪੈਸਿਟੀ ਦੀ ਲੈਣੀ ਹੈ? ਜੇ ਆਪਾਂ ਗੱਲ ਕਰਦੇ ਹਾਂ ਛੋਟੀ ਮਸ਼ੀਨਾਂ ਜਿਵੇਂ ਆਟਾ ਚੱਕੀ ਲੈ ਲਈਏ ਵੀ 150 ਕਿਲੋ ਪਰ ਘੰਟੇ ਦੀ ਉਸकी ਕੈਪੈਸਿਟੀ ਹੋਵੇ। ਜੇ ਆਪਾਂ ਤੇਲ ਕੱਢਣ ਵਾਲੀ ਲੈ ਲਈਏ ਵੀ 60 ਕਿਲੋ ਪ੍ਰਤੀ ਘੰਟੇ ਦਾ ਹਿਸਾਬ ਨਾਲ ਉਹ ਤੇਲ ਕੱਢ ਸਕਦੀ ਹੈ ਮਸ਼ੀਨ। ਗ੍ਰਾइंडर ਲੈ ਲਈਏ 50 किलो तक का मटेरियल वो ग्राइंड करते प्रति घंटा। जी ये कुछ मशीना जितनी हैगी हैं ये ਆਪਾਂ ਨੂੰ ਲੈਣੀ ਪੈਣੀ ਹੈ। शुरुआती तौर पर छोटे तो आप शुरू करेंगे तो ये स्ट्रक्चर ਆਪਾਂ ਬਣਾ ਲਿਆ, मशीना फिक्स करावांगे। मशीना ਲੈਣ वास्ते भी सानू देखनी पैनी है, पूछना पैना है भी ਕਿਹੜੀ मशीन मिल सकती है। मशीन ਕਿਹੜੀ लेनी है? मशीन वो लेनी है कि ਜਿਹੜੀ ਦੀ आफ्टर सेल सर्विस हो। कुछ मशीना देखने च बहुत वधिया है, इंपोर्टेड मशीना ले लैंने वधिया, लेकिन उसमें जो कुछ नुक्स पै जाता तो उसका कोई सर्विस करने वाला नहीं मिलता। तो ਆਪਾਂ ਨੂੰ देखना भी अपने ਕੋਲੋਂ ਜਿਹੜੀ मशीन ਆਪਾਂ ਲੈ ਕੇ ਆਣੀ ਉਹ किस तरीके ਦੀ ਹੋਊਗੀ कि जी कि वो साडा काम पूरा करेगी, कि उसकी आफ्टर सेल सर्विस जे कुछ नुक्स पैंदा तो ठीक करने वाले इत्थे लोकल अवेलेबल हैं। तो वो चीज़ों ਨੂੰ ਆਪਾਂ बिल्कुल ध्यान 'ਚ ਰੱਖਣਾ ਤੇ ਨਾਲੇ ਉਹ मशीन ਸਾਨੂੰ सस्ती भी ਪੈਣਗੀ ਤੇ ਆਪਣਾ काम भी ਵਧੀਆ ਚੱਲੂਗਾ। इस तो अलावा क्योंकि बिजली भी आ गई, मशीना फिक्स हो गई, फिर ਆਪਾਂ एक स्ट्रक्चर या एक ट्रेनिंग ਦੇ ਵਿੱਚ ਹੀ ਤੁਹਾਨੂੰ ਦੱਸਿਆ ਜਾਂਦਾ ਹੈ कि भी ਆਪਾਂ मोटर ਜਿਹੜੀ ਰੱਖਣੀ ਹੈ ਇੱਕ 25 ਤੋਂ 30 ਹਾਰਸ ਪਾਵਰ ਦੀ ਮੋਟਰ ਕਨੈਕਸ਼ਨ ਇਸ ਤਰੀਕੇ ਨਾਲ ਕਰਕੇ ਡਿਜ਼ਾਈਨ ਕਰਕੇ ਤੁਹਾਨੂੰ ਦਿੰਦੇ ਆ ਕਿ ਉਹ ਤੁਸੀਂ ਸਿੰਗਲ ਮੋਟਰ ਦੇ ਨਾਲ ਹੀ ਵਿਦ ਬੈਲਟ ਐਂਡ ਪੁਲੀ ਤੁਸੀਂ ਅੱਡ-ਅੱਡ ਮਸ਼ੀਨ ਚਲਾ ਸਕਦੇ ਹੋ ਇੱਕ ਹੀ ਟਾਈਮ ਤੇ ਲੋਡ ਦੇ ਮੁਤਾਬਿਕ। ਇਹ ਨਹੀਂ ਕਿ ਉਹ 30 ਹਾਰਸ ਪਾਵਰ ਦੀ ਮੋਟਰ ਹੈ ਤੁਸੀਂ 40 ਹਾਰਸ ਪਾਵਰ ਦਾ ਲੋਡ ਨਹੀਂ ਦੇ ਸਕਦੇ। ਹਾਂ ਵੀ 30 ਹਾਰਸ ਪਾਵਰ ਦੀ ਮੋਟਰ ਤਾਂ ਆਪਾਂ 25 ਹਾਰਸ ਪਾਵਰ ਜਾਂ 20 ਹਾਰਸ ਪਾਵਰ ਦਾ ਲੋਡ ਦੇ ਕੇ ਇੱਕ ਹੀ ਮੋਟਰ ਦੇ ਨਾਲ ਸਾਰੀ ਮਸ਼ੀਨਾਂ ਚਲਾ ਸਕਦੇ ਹਾਂ। ਤਾਂ ਕਿਸਾਨ ਵੀਰੋ ਕੁਛ ਵੀ ਐਸਾ ਨਹੀਂ ਹੈ। ਜਦੋਂ ਤੁਸੀਂ ਆਓਗੇ ਤੁਹਾਨੂੰ ਸਾਰਾ ਕੁਝ ਮਾਡਲ ਜਿਹੜੇ ਬਣੇ ਉਹ ਤੁਹਾਨੂੰ ਦਿਖਾਏ ਵੀ ਜਾਣਗੇ, ਇੱਦਾਂ ਇੱਦਾਂ ਨੁਕਸ ਪੈਂਦਾ ਉਹ ਤੁਹਾਨੂੰ ਨੁਕਸ ਛੋਟੇ ਮੋਟੇ ਆਪਣੇ ਹੱਥੀਂ ਤੁਸੀਂ ਉਹ ਠੀਕ ਕਰਕੇ ਵੀ ਦੇਖੋਗੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਵਿਸਤਾਰ ਦੇ ਵਿੱਚ ਦੱਸੀ ਵੀ ਜਾਣਗੀਆਂ, ਤੁਹਾਡੇ ਹੱਥੋਂ ਕਰਾਈ ਵੀ ਜਾਣਗੀਆਂ, ਫਿਰ ਹੀ ਤੁਹਾਨੂੰ ਇਸ ਲਾਈਨ ਦੇ ਵਿੱਚ ਹੀ ਲਿਆ ਜਾਊਗਾ। ਕਿਉਂਕਿ ਇੱਕ 30 ਲੱਖ ਰੁਪਏ ਦੀ ਰਕਮ ਕੋਈ ਛੋਟੀ ਮੋਟੀ ਰਕਮ ਅੱਜ ਦੀ ਡੇਟ ਵਿੱਚ ਕਿਸਾਨ ਵੀਰ ਕੋਲੇ ਨਹੀਂ ਹੈ ਜਿਹੜਾ ਪਹਿਲੇ ਹੀ ਬੋਝ ਥੱਲੇ ਆਪਣੇ ਲੋਨ ਥੱਲੇ ਦਬਿਆ ਹੋਇਆ। ਤਾਂ ਇਹਨਾਂ ਚੀਜ਼ਾਂ ਦਾ ਥੋੜ੍ਹਾ ਜਿਹਾ ਧਿਆਨ ਰੱਖਦੇ ਹੋਏ ਤੁਸੀਂ ਜਦੋਂ ਵੀ ਆਉਣਾ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ 'ਤੇ ਸੰਪਰਕ ਕਰੋ। ਉਸ ਤੋਂ ਬਾਅਦ ਮੁੱਢਲੀ ਜਾਣਕਾਰੀ ਲੈਣ ਤੋਂ ਬਾਅਦ ਪ੍ਰੈਕਟੀਕਲ ਟ੍ਰੇਨਿੰਗ ਲਈ ਆਪਾਂ ਯੂਨੀਵਰਸਿਟੀ ਤੋਂ ਵੀ ਤੁਹਾਡਾ ਸੰਪਰਕ ਕਰਾ ਦਾਂਗੇ। ਉੱਥੇ ਲੈ ਕੇ ਟ੍ਰੇਨਿੰਗ ਲੈ ਕੇ ਫਿਰ ਆਪਾਂ ਹੌਲੀ ਹੌਲੀ ਜੇ ਸਾਰੇ ਕੋਲੇ ਸਾਡੇ ਕਾਗਜ਼ ਪੱਤਰ ਪੂਰੇ ਹੋਣਗੇ
ਤਾਂ ਹੀ ਕੋਈ ਵੀ ਅਦਾਰਾ ਸਾਨੂੰ ਮਦਦ ਕਰਨ ਲਈ ਮਾਲੀ ਸਹਾਇਤਾ ਦੇਣ ਲਈ ਅੱਗੇ ਆਊਗਾ। ਡਾਕਟਰ ਸਾਹਿਬ, ਹੁਣੇ ਤੁਸੀਂ ਗੱਲ ਕੀਤੀ ਹੈ ਅਨਾਜ ਦੀ ਪ੍ਰੋਸੈਸਿੰਗ ਦੀ ਤੇ ਦਾਲਾਂ ਦੀ ਪ੍ਰੋਸੈਸਿੰਗ ਦੀ, ਤੇ ਕੀ ਅਨਾਜ ਤੇ ਦਾਲਾਂ ਤੋਂ ਇਲਾਵਾ ਵੀ ਆਪਾਂ ਕਿਸੇ ਚੀਜ਼ ਦੀ ਪ੍ਰੋਸੈਸਿੰਗ ਕਰ ਸਕਦੇ ਹਾਂ? ਜਿਹੜਾ ਆਪਾਂ ਗੱਲ ਕਰਦੇ ਹਾਂ ਅਨਾਜ ਤੇ ਦਾਲਾਂ ਦੀ, ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਰੋਜ਼ਮਰਰਾ ਦੀ ਸਭ ਚੀਜ਼ਾਂ ਖਾਂਦੇ ਆ ਉਹ ਹੈਗੀ ਸਬਜ਼ੀਆਂ ਤੇ ਫਲਾਂ। ਤੇ ਜੇ ਆਪਾਂ ਗੱਲ ਕਰੀਏ ਅਨਾਜ ਤੇ ਦਾਲਾਂ ਦਾ ਪੋਸਟ ਹਾਰਵੈਸਟ ਜਿਵੇਂ ਕਹਿੰਦੇ ਨੇ ਲਾਸ ਕਿਤਨਾ ਹੁੰਦਾ, ਉਹ ਤਾਂ 6 ਤੋਂ 7% 8% ਤੱਕ ਹੈ। ਪਰ ਜੇ ਆਪਾਂ ਸਬਜ਼ੀਆਂ ਤੇ ਫਲਾਂ ਦੀ ਗੱਲ ਕਰੀਏ 25 ਤੋਂ 30% ਤੱਕ ਅੱਜ ਵੀ ਸਾਡਾ ਲਾਸ ਹੈ। ਮੰਡੀਆਂ 'ਚ ਜਾ ਕੇ ਆਪਾਂ ਦੇਖ ਸਕਦੇ ਵੀ ਕਿਤਨਾ ਨੁਕਸਾਨ ਹੁੰਦਾ। ਉਹ ਇਸ ਕਰਕੇ ਕਿ ਸਾਡੇ ਕੋਲ ਪ੍ਰੋਪਰ ਭੰਡਾਰਨ, ਪ੍ਰੋਪਰ ਕੋਈ ਪ੍ਰੋਸੈਸਿੰਗ ਸੈਂਟਰ ਪ੍ਰੋਸੈਸਿੰਗ ਨਹੀਂ ਹੈ। ਤਾਂ ਉਹਦੇ ਲਈ ਆਪਾਂ ਵੈਜੀਟੇਬਲਸ ਦੀ ਪ੍ਰੋਸੈਸਿੰਗ, ਜਿਵੇਂ ਅੱਜ ਕੱਲ੍ਹ ਹੁਣ ਥੋੜੇ ਦਿਨੋਂ में टमाटर का सीज़न आ जाएगा। टमाटर के लिए टमाटर की प्यूरी बनाना, टमाटर की सॉस बनाना, टमाटर का पाउडर बनाना, क्योंकि अज की डेट में जे अपन प्रोसैसिंग करने तो सानू फायदा की मिलेगा। जे आप इन्होंने चीज़ा रखें भाई टमाटर पर ला के फ्रिज में रख दें 4-5 दिन साढ़े टमाटर चलते हैं, पर अज की डेट में वो तुहानू 10 रुपये किलो 15 रुपये जो गलत आऊगा मिल जाऊगा। पर जिमें जिमें सीजन ऑफ होता जाऊगा वो महंगा होता जाऊगा। तो की आप उसनू प्रोसैस करके उसनू उसकी उम्र बढ़ा सकते हैं, ਉਹਦਾ ਮੁੱਲ ਵਧਾ ਸਕਦੇ ਹਾਂ। ਤੇ ਜਿਹੜਾ ਵੀ ਆਪਾਂ ਆਪਣੇ ਫਾਰਮ ਤੇ ਪ੍ਰੋਸੈਸ ਕਰਕੇ ਰੱਖਾਂਗੇ ਤਾਂ ਜਿਹੜੀ ਦੂਜੀ ਕੰਪਨੀਆਂ ਨਾਲ ਕੰਪੀਟ ਕਰਾਂਗੇ ਉਹਦਾ ਰੇਟ ਸਸਤਾ ਹੋਊਗਾ, ਤਾਂ ਕੁਆਲਿਟੀ ਦੇ ਵਿੱਚ ਵੀ ਵਧੀਆ ਹੋਊਗਾ। ਤਾਂ ਆਪਾਂ ਸਬਜ਼ੀਆਂ ਦੀ ਤੇ ਫਲਾਂ ਦੀ ਵੀ ਪ੍ਰੋਸੈਸਿੰਗ ਕਰ ਸਕਦੇ। ਇੱਕ ਤੁਹਾਨੂੰ ਮੈਂ ਉਦਾਹਰਨ ਹੋਰ ਦੇਣਾ ਚਾਹੂੰਗਾ, ਜਿਵੇਂ ਸਾਡਾ ਇਲਾਕਾ ਦੇ ਵਿੱਚ ਕਿੰਨੂ ਦੇ ਬਾਗ ਕਾਫੀ ਨੇ, ਤੇ ਪਿਛਲੇ ਸਾਲ ਗਰਮੀ ਜ਼ਿਆਦਾ ਪੈਣ ਕਰਕੇ ਕੁਝ ਪ੍ਰੋਬਲਮਸ ਵੀ ਆਈ ਤੇ ਕਿੰਨੂ ਦੀ ਫੂਡ ਡ੍ਰੌਪਿੰਗ ਬਹੁਤ ਜ਼ਿਆਦਾ ਹੋ ਗਈ। ਉਹ ਡ੍ਰੌਪਿੰਗ ਦੇ ਕਾਰਨ ਕੀ ਹੋਇਆ ਕਿ ਉਹ ਜਿਹੜਾ ਫੂਡ ਡ੍ਰੌਪ ਹੋ ਜਾਂਦਾ ਉਹ ਮਾਰਕੀਟ 'ਚ ਵਿਕਦਾ ਨਹੀਂ, ਉਹਦੇ ਨਿਸ਼ਾਨ ਪੈ ਜਾਂਦੇ। तो मैं अपने ਜਿਹੜੇ 4-5 ਵਧੀਆ ਪ੍ਰੋਸੈਸ ਫਰੂਟ ਗਰੋਵਰ ਹੈ ਉਹਨਾਂ ਦੇ ਨਾਲ ਗੱਲ ਕੀਤੀ। ਮੈਂ ਯਾਰ ਤੁਸੀਂ ਇੱਕ ਜਿਹੜਾ ਫਰੂਟ ਮਾਰਕੀਟ 'ਚ ਵੇਚ ਰਹੇ ਹੋ ਤਾਂ ਐਸੇ ਮਾਰਕੀਟ में जा रहा, पर ਜਿਹੜਾ ਡ੍ਰੌਪ ਹੋ ਰਿਹਾ ਉਹ ਤੁਸੀਂ ਕਹੇ ਜੀ ਉਹ ਤਾਂ ਆਪਾਂ ਫਿਰ ਸੁੱਟ ਦਿੰਦੇ ਹਾਂ। ਉਹਨੂੰ ਮੈਂ ਕਹਾਂ ਉਹਨਾਂ ਨੂੰ ਸੁੱਟਣ ਦੀ ਬਜਾਏ ਜੇ ਤੁਸੀਂ ਜਿਹੜੀ ਕੰਪਨੀਆਂ ਜੂਸ ਬਣਾ ਰਹੀਆਂ, ਆਪਾਂ ਜੂਸ ਦੀ ਫੈਕਟਰੀ ਹੈ, ਜੂਸ ਦੀ ਇੰਡਸਟਰੀ ਤੁਹਾਨੂੰ ਨਹੀਂ ਲਗਾਉਣੀ, ਤੁਸੀਂ ਇਕੱਲਾ ਉਹਦਾ ਛਿਲਕਾ ਉਤਾਰ ਕੇ ਪਲਪ ਬਣਾ ਕੇ ਉਹਨਾਂ ਨੂੰ ਦੇ ਦਿਓ। ਪਲਪ ਤੁਸੀਂ ਪੈਕ ਕਰੋ ਪ੍ਰੋਪਰਲੀ, ਉਹਨਾਂ ਨੂੰ ट्रीटमेंट करके पल्प सप्लाई कर दो, थोड़े जोड़े वेस्टेज सी उसमें से तुम लाखों रुपए कमा सकते हो। तो उन्होंने इस बारी शायद कुछ चली है गलबात, किसी लैवल पर पहुँचे, किसी इंडस्ट्री नाल कॉन्टैक्ट किया कि भी जो आप फ्रैश पल्प प्रोवाइड कर दिए तो वो मिल सकता है। तो वो मतलब वेस्टेज तो मनी बनाने की भी गल हैगी है। इसी तरीके नाल जे आप किन्नू का छिलका लईए, किन्नू के छिलका नूं आपां प्रोसैस करके ड्राई करके पाउडर बनाते हैं। ये जितने भी लेडीज़ कॉस्मेटिक जोड़े फेस पैक वगैरह बनते हैं सभी में यूज़ होता। मतलब काम करने के लिए और काम की कर सकते हैं, कितों पैसा बना सकते हैं, की चीज़ प्रोसैस हर चीज़ अवेलेबल है। जे वो तो अपने ऊपर डिपेंड है मैं किहड़ी कॉमोडिटी लेके चलना। हुण ये नहीं कि अब बैठे तो आप गुरदासपुर में और किन्नू का प्रोसैसिंग सेंटर नहीं, उत्थे किन्नू हुंदा नहीं, उत्थे लगा नहीं सकते। तो आपां नूं चोण करना कि मेरे इलाके में ज़्यादा कॉमोडिटी मैनूं किहड़ी मिल सकती है, उसका मार्केटिंग कित्थे है, उसके उपर मेरा खर्चा कितना आ रहा, उसकी मेरी लागत कितनी आती है और उसको मैनूं प्रॉफिट कितना मिलता। उस हिसाब से ही आपां जिहड़ा है प्रोसैसिंग का कोई बनाना है, काम चलाना है, और वही फिर साडा कामयाब रहूगा। ये नहीं कि देखते हाँ भी आपां मैं इलायची का प्लांट ला ला, वो नहीं हो सकता। केरला तो इलायची मंगा के इत्थे काम करांगे वो नहीं चलना। तो आपां लोकल कॉमोडिटी नूं देखते हुए लोकल मशीनां जिहड़ी उसनूं चला सकदी वो देखते हुए और अपना स्ट्रक्चर भी जितना कोशिश हो लोकल मशीनों के नाल ही कराइए ताकि घट खर्चे दे विच ज़्यादा से ज़्यादा प्रॉफिट ले सकी। डॉक्टर साहब एक बहुत ही चर्चित विषय है अजकल मिनिमल प्रोसैसिंग। तुसीं साडे किसान वीरां नूं थोड़ा दसो कि ये मिनिमल प्रोसैसिंग की है ते इस बारे साडे किसान वीर इस नूं किवें कर सकदे ने? हर घर दे विच किसान मान लीए या जे शहर दे विच जिहड़े भी हैं लेडीज़ और हसबैंड दोनों घर दे दोनों जी काम ते लगे हुए हैं, नौकरी पेशा है, तो उन्होंने लिए सब्जियां कट के बनाना करना वो एक औखा काम, क्योंकि वो भी 4 बजे वही 5 बजे दोनों वापस आ रहे, तो उन्होंने एक दिक्कत वाला काम। मिनिमल प्रोसैस का मतलब है कि आप जिवें सब्जी कोई ली उसनूं पका के दे के तैयार करना, सारी मिर्च मसाला वो तो फुल प्रोसैसिंग भी आप गए और गर्म करके खा ली, वो एक कॉस्टली। कई लोग उसनूं कहते हैं भी प्रिजर्वेटिव डले हुए हैं, तो वो एक काम दूसरा। वो एक टाइम तक वो भी ठीक है कि भाई अगर आपका बिल्कुल कोई टाइम नहीं तो कर सकते हैं, लेकिन हजे आप उस लैवल पर नहीं पहुँचे, पर मिनीमम प्रोसैसिंग तक आप लै सकते हैं कि भाई अपने को कुछ जिमें सब्जियां मान लिया आलू छीलन या मटर छीलन या गोभी कट्टन का नहीं है टाइम, या पालक का साग बनाना उसनूं चीरना करना वो एक औखा काम लगता। तो वो है कि आप उस काम नूं भी लै सकते हैं। वो बहुत
ਸੌਖਾ ਹੈ ਕਿ ਜਿਹੜਾ ਇਨਕਿਊਬੇਸ਼ਨ ਚੈਂਬਰ ਬਣੇ ਬਣਾਏ ਮਿਲਦੇ ਹੈ 10 ਲੱਖ ਰੁਪਏ ਦੇ ਤੁਹਾਡੇ 2 ਚੈਂਬਰ ਬਣ ਜਾਣਗੇ 15x10 ਜਾਂ 15x12 ਦੇ। ਉਹਦੇ ਵਿੱਚ ਤੁਸੀਂ ਕਿਸਾਨ ਵੀਰ ਜਿਹੜੇ ਸਬਜ਼ੀ ਉਗਾ ਰਹੇ ਹੋ ਉਹ ਮੰਡੀ 'ਚ ਲਿਜਾ ਕੇ ਵੇਚ ਰਹੇ ਹੋ, ਉਹਨਾਂ ਨੂੰ ਉਸ ਚੀਜ਼ ਦਾ ਪੂਰਾ ਫਾਇਦਾ ਵੀ ਨਹੀਂ ਮਿਲ ਰਿਹਾ ਕਿ ਵੀ ਉਹਨਾਂ ਨੂੰ ਔਣੇ ਪੌਣੇ ਭਾਅ 'ਤੇ ਵੇਚਣਾ ਪੈਂਦਾ। ਤਾਂ ਉਹਦੇ ਲਈ ਤੁਸੀਂ ਡਾਇਰੈਕਟ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ, ਤੁਹਾਨੂੰ ਕੁਆਲਿਟੀ ਦੀ ਬਿਨਾਂ ਰੇ ਸਪਰੇ ਵਾਲੀ ਵਧੀਆ ਸਬਜ਼ੀ ਮਿਲ ਜੂਗੀ। ਉਹ ਤੁਸੀਂ ਲਾ ਕੇ ਉੱਥੇ ਰੱਖ ਕੇ ਉਹਨੂੰ ਪ੍ਰੋਸੈਸ ਕਰਨਾ। ਇੱਕ ਕਮਰੇ में ਤੁਸੀਂ ਸਟੋਰ ਕਰ ਲਿਆ, ਦੂਸਰੇ ਕਮਰੇ दूसरा ਚੈਂਬਰ ਹੈ उसमें ਤੁਸੀਂ ਉਸਨੂੰ ਪ੍ਰੋਸੈਸ ਕਰਕੇ ਪੈਕ ਕਰਕੇ ਕੋਲਡ ਸਟੋਰੇਜ ਵੈਨ ਜਿਹੜਾ ਇੱਕ ਸਾਡਾ ਕੇਂਦਰੀ ਭਾਰਤੀ ਕ੍ਰਿਸ਼ੀ ਅਨੁਸੰਧਾਨ ਦਾ ਸੈਂਟਰ ਹੈਗਾ, ਉੱਥੇ ਉਹਨਾਂ ਨੇ ਕੋਲਡ ਸਟੋਰੇਜ ਵੈਨ ਬਣਾਈ ਹੈ ਜਿਹੜੀ ਕਿ ਤੁਸੀਂ ਸਾਈਕਲ ਉਹਨਾਂ ਨੇ ਸਾਈਕਲ ਤੇ ਬਣਾਈ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਮੋਟਰਸਾਈਕਲ ਤੇ ਵਰਤਣਾ ਤੁਸੀਂ ਉसी ਵੈਨ ਨੂੰ ਮੋਟਰਸਾਈਕਲ ਤੇ ਰੱਖ ਸਕਦੇ ਹੋ। ਉਸਕੇ ਅੰਦਰ ਤੁਹਾਡੀ 2 ਕੁਇੰਟਲ ਦੇ ਕਰੀਬ ਸਬਜ਼ੀ ਆ ਜਾਂਦੀ ਹੈ। ਉਹ ਤੁਸੀਂ ਮਿਨੀਮਲ ਪ੍ਰੋਸੈਸ ਸਾਗ ਕੱਟ ਕੇ ਸਾਗ ਬਾਥੂ चना सब मिक्स करके एक पैक बना लिया आधा किलो का, जो वो कोल्ड स्टोरेज कंडीशन में ही तुसी दुकाना ते जाके या ਜਿਹੜੇ ਗ੍ਰਾਹਕ ਹੈ ਉਹਨਾਂ ਨੂੰ ਦਿੰਦੇ ਹੋ ਤਾਂ ਉਹ ਤੁਹਾਡਾ ਜਿਹੜਾ 2 ਰੁਪਏ ਕਿਲੋ ਜਾਂ 3 ਰੁਪਏ ਕਿਲੋ ਦੀ ਚੀਜ਼ ਤੁਸੀਂ ਕਿਸਾਨ ਤੋਂ ਲਈਏ ਤੁਸੀਂ ਬਹੁਤ ਮੌਜ ਨਾਲ 25 ਤੋਂ 30 ਰੁਪਏ ਕਿਲੋ ਉਸ ਨੂੰ ਵੇਚ ਸਕਦੇ ਹੋ। ਮਤਲਬ ਇਹ ਵੀ ਇੱਕ ਜੇ ਤੁਸੀਂ ਐਗਰੋ ਪ੍ਰੋਸੈਸਿੰਗ ਵੱਡੇ ਪੱਧਰ ਤੇ ਨਹੀਂ ਕਰਨਾ, ਮਿਨੀਮਲ ਪ੍ਰੋਸੈਸਿੰਗ ਇੱਕ ਸੈਂਟਰ ਹੈ, ਤੁਸੀਂ ਇਸ ਚੀਜ਼ ਨੂੰ ਵੀ ਅਪਣਾ ਕੇ ਆਪਣਾ ਕੰਮ ਕਰ ਸਕਦੇ ਹੋ। ਡਾਕਟਰ ਸਾਹਿਬ, ਪ੍ਰੋਗਰਾਮ ਨੂੰ ਅੰਤ ਵੱਲ ਵਧਾਉਂਦੇ ਹੋਏ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਕੋਈ ਵੀ ਕੰਮ ਜਿਵੇਂ ਅੱਜ ਆਪਾਂ ਥੋੜੀ ਜਿਹੀ ਗੱਲ ਕੀਤੀ ਐਗਰੋ ਪ੍ਰੋਸੈਸਿੰਗ ਬਾਰੇ, ਕੋਈ ਵੀ ਕੰਮ ਆਪਾਂ ਨੇ ਕਰਨਾ ਉਸ ਨੂੰ ਥੋੜਾ ਜਿਹਾ ਕੰਮ ਦੀ ਲਗਨ ਹੋਣੀ ਚਾਹੀਦੀ, ਕਿਸੇ ਨੂੰ ਦੇਖ ਕੇ ਨਹੀਂ ਕਰਨਾ। ਕੰਮ ਦੀ ਤੁਹਾਡਾ ਪੱਕਾ ਇਰਾਦਾ ਮਨ ਬਣਾ ਕੇ ਕੰਮ ਕਰਨਾ ਕਿ ਵੀ ਮੈਂ ਇਹ ਕੰਮ ਕਰਨਾ ਹੀ ਹੈ। ਕਿਸੇ ਨੇ ਜੇ ਸਿੱਖ ਲੈਣੀ ਹੈ ਸਿਖਾਈ ਜਿੱਥੋਂ ਵੀ ਸਿਖਲਾਈ ਲੈ ਕੇ ਕਰਨੀ ਹੈ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੁੱਛ ਕੇ ਬਈ ਇਹਦੀ ਪਲੈਨਿੰਗ ਆਊਟ ਕਰਨੀ ਬੈਠ ਕੇ, ਇਸ ਤਰ੍ਹਾਂ ਸੀ ਕਿ ਨਹੀਂ ਕਿ ਪਲਾਨ ਨਹੀਂ ਕਰਨਾ, ਫਿਰ ਮੈਨੇਜਮੈਂਟ ਕਿਵੇਂ ਕਰਨੀ ਕੰਮ ਦੀ। ਅਤੇ ਸਭ ਤੋਂ ਅਖੀਰ 'ਚ ਜਿੱਥੇ ਪੰਜਾਬ ਸਾਡਾ ਪਿੱਛੇ ਹੈ ਜਾਂ ਕਿਸਾਨ ਵੀਰ ਸਾਡੇ ਜਿਹੜੇ ਪਿੱਛੇ ਹੈ, ਮਾਰਕੀਟਿੰਗ। ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਤੇਲ ਬਣਾਉਣ ਦਾ ਜਾਂ ਚੌਲ ਬਣਾਉਣ ਦਾ ਕੰਮ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੋ, ਉਹਦੀ ਮਾਰਕੀਟਿੰਗ ਕਿੱਥੇ ਕਰਨੀ ਹੈ, ਉਹ ਮਾਰਕੀਟਿੰਗ ਦੀ ਟ੍ਰੇਨਿੰਗ ਵੀ ਆਪਣੇ ਯੂਨੀਵਰਸਿਟੀ ਵਿੱਚ ਇਕਨੋਮਿਕਸ ਡਿਪਾਰਟਮੈਂਟ 'ਚ ਹੈਗੇ ਉੱਥੇ ਦਿੱਤੀ ਜਾਂਦੀ ਵੀ ਤੁਸੀਂ ਕਿਸ ਤਰੀਕੇ ਨਾਲ ਆਪਣਾ ਮਾਰਕੀਟਿੰਗ ਕਰਨੀ, ਕਿਉਂਕਿ ਅਸਲ ਮੁਨਾਫਾ ਉਦੋਂ ਹੀ ਮਿਲਣਾ ਜਦੋਂ ਆਪਾਂ ਪ੍ਰੋਡਕਟ ਮਾਰਕੀਟ 'ਚ ਵੇਚ ਸਕਾਂਗੇ। ਅਤੇ ਸਭ ਤੋਂ ਜ਼ਰੂਰੀ ਹੈ ਕਿਸਾਨ ਵੀਰੋ ਕਿ ਆਪਾਂ ਪ੍ਰੋਸੈਸਿੰਗ ਦੇ ਜਾਣ ਤੋਂ ਪਹਿਲਾਂ ਮਾਰਕੀਟਿੰਗ ਦੇਖੀਏ ਵੀ ਆਪਾਂ ਮੈਂ ਇਹ ਕੰਮ ਕਰਨਾ ਚਾਹੁੰਦਾ ਅਤੇ ਮਾਰਕੀਟਿੰਗ ਕਿੱਥੇ ਹੋਣੀ ਉਹਦਾ ਸਰਵੇ ਕਰਕੇ ਇਹ ਸਾਰੇ ਕੰਮ ਜੇ ਆਪਾਂ ਕਰ ਲਾਂਗੇ ਤਾਂ ਮੈਂ ਨਹੀਂ ਸਮਝਦਾ ਕਿ ਐਗਰੋ ਪ੍ਰੋਸੈਸਿੰਗ ਦੇ ਅੰਦਰ ਕਿਸੇ ਵੀ ਕਿਸਾਨ ਵੀਰ ਜੋ ਸਹੀ ਢੰਗ ਨਾਲ ਕੰਮ ਕਰੇਗਾ ਉਸਨੂੰ ਘਾਟੇ ਦਾ ਸਾਹਮਣਾ ਕਰਨਾ ਪਊਗਾ। ਡਾਕਟਰ ਸਾਹਿਬ, ਬਹੁਤ ਹੀ ਵਧੀਆ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨ ਵੀਰ ਇਸ ਜਾਣਕਾਰੀ ਨੂੰ ਸੁਣ ਕੇ ਤੇ ਅਮਲ ਕਰਨਗੇ ਤੇ ਵਧੇਰੇ ਮੁਨਾਫਾ ਕਮਾਉਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੇ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਕਿਸਾਨ ਵੀਰਾਂ ਨੂੰ ਵੀ ਬਹੁਤ ਬਹੁਤ ਧੰਨਵਾਦ।